ਜਿਤ ਵਸਿਆ ਮਨ ਆਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਵੀ ਸਾਰਿਆਂ ਰਾਗਾਂ 'ਚੋਂ ਉਹ ਭਲਾ ਰਾਗ ਹੈ ਜਿਸ ਰਾਗ ਦੇ ਰਾਹੀਂ ਉਹ ਵਾਹਿਗੁਰੂ ਸਾਡੀ ਸੁਰਤ 'ਚ ਵਸ ਜਾਂਦਾ ਹੈ। ਗੁਰਮੁਖੋ ਵਿਦਵਾਨਾਂ ਨੇ ਇਸ ਰਾਗ ਦੇ ਅਰਥ, ਜਿੱਥੇ ਰਾਗ ਦੇ ਅਰਥ ਰਾਗ ਹੀ ਹੈ, ਪ੍ਰੋਫੈਸਰ ਸਾਹਿਬ ਸਿੰਘ ਨੇ ਰਾਗ ਦੇ ਅਰਥ ਕੀਤੇ ਨਾਮ। ਉਹ ਨਾਮ ਚੰਗਾ ਹੈ ਜਿਸ ਨਾਮ ਦੇ ਰਾਹੀਂ ਸਾਡੀ ਸਾਂਝ ਹੈ ਪ੍ਰਮਾਤਮਾ ਦੇ ਨਾਲ ਪੈ ਜਾਂਦੀ ਹੈ। ਹਾਂ, ਉਹ ਰਾਗ ਵੀ ਚੰਗਾ। ਇੱਥੇ ਰਾਗ ਦਾ ਅਰਥ ਪ੍ਰੇਮ ਵੀ ਹੈ। ਮਹਾਰਾਜ ਨੇ ਬਚਨ ਕਹੇ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਰਾਗ ਦਾ ਅਰਥ ਪ੍ਰੇਮ ਵੀ। ਉਹ ਪ੍ਰੇਮ ਚੰਗਾ ਹੈ ਜਿਸ ਪ੍ਰੇਮ ਦੇ ਰਾਹੀਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਚਲੋ, ਪ੍ਰੇਮ ਤੇ ਜੀਵ ਹੋਰ ਪਰਿਵਾਰ ਨਾਲ ਵੀ ਕਰਦਾ, ਸੰਸਾਰ ਨਾਲ ਵੀ ਕਰਦਾ। ਪ੍ਰੇਮ ਅਨੇਕਾਂ ਤਰ੍ਹਾਂ ਦਾ ਹੈ, ਪਰ ਉਹ ਪ੍ਰੇਮ ਭਲਾ ਹੈ ਜਿਤ ਵਸਿਆ ਮਨ ਆਏ। ਜਿਸ ਪ੍ਰੇਮ ਦੇ ਸਦਕਾ ਰੱਬ ਸਾਡੀ ਸੁਰਤ ਜਾਣ ਕੇ ਵਸ ਜਾਂਦਾ ਹੈ। ਉਹ ਰਾਗ ਵੀ ਭਲਾ ਹੈ ਜਿਸ ਰਾਗ ਦੇ ਰਾਹੀਂ ਸਾਡੀ ਉਸ ਵਾਹਿਗੁਰੂ ਨਾਲ ਸਾਂਝ ਪੈਂਦੀ ਹੈ। ਮਹਾਰਾਜ ਨੇ ਇਸ ਕਰਕੇ 31 ਰਾਗਾਂ 'ਚ ਬਾਣੀ ਦਾ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਉਹ ਰਾਗ ਭਲਾ ਹੈ ਜਿਸ ਰਾਗ ਦੇ ਰਾਹੀਂ ਸਾਡੀ ਸਾਂਝ ਉਸ ਵਾਹਿਗੁਰੂ ਦੇ ਨਾਲ ਪੈਂਦੀ ਹੈ। ਉਹ ਪ੍ਰੇਮ ਭਲਾ ਹੈ। ਉਹ ਨਾਮ ਚੰਗਾ ਜਿਸ ਨਾਮ ਨੂੰ ਜਪ ਕੇ ਅਸੀਂ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਸਤਿਗੁਰਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੈ, ਮਹਾਰਾਜ ਜੀਆਂ ਨੇ ਆਪ 30 ਰਾਗਾਂ 'ਚ ਬਾਣੀ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਦੀ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ 30 ਰਾਗਾਂ 'ਚ ਬਾਣੀ ਹੈ। ਤੇ ਮਹਾਰਾਜ ਸਾਨੂੰ ਵੀ ਪ੍ਰੇਰਨਾ ਕਰ ਰਹੇ ਨੇ, ਭਾਈ ਉਹ ਰਾਗ ਭਲਾ ਹੈ ਜਿਹਦੇ ਰਾਹੀਂ ਸਾਡੀ ਸਾਂਝ ਉਸ ਪਰਮਾਤਮਾ ਨਾਲ ਪੈ ਜਾਂਦੀ ਹੈ। 31 ਰਾਗ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਚਲੋ, ਵੈਸੇ ਤੇ ਦਾਸ ਦੀ ਇੱਛਾ ਸੀ ਵੀ ਜਦੋਂ ਆਪਾਂ ਭੋਗ ਦੇ ਸਲੋਕਾਂ 'ਤੇ ਵਿਚਾਰ ਲੈ ਕੇ ਚੱਲਾਂਗੇ, ਫਿਰ ਆਪਾਂ ਥੋੜ੍ਹੀ ਜਿਹੀ ਬਰੀਕੀ ਤੌਰ 'ਤੇ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਬਾਰੇ ਪ੍ਰਾਪਤ ਕਰਾਂਗੇ। ਕਿੰਨੇ ਰਾਗ, ਕਿੰਨੀਆਂ ਵਾਰਾਂ, ਕਿੰਨੇ ਭਗਤਾਂ ਦੀ ਬਾਣੀ, ਕਿੰਨੇ ਸ਼ਬਦ ਕਿਸ ਭਗਤ ਦੇ ਨੇ, ਕਿਸ ਗੁਰੂ ਸਾਹਿਬ ਦੀ ਕਿੰਨੀ ਕੁ ਬਾਣੀ ਹੈ। ਇਹ ਆਪਾਂ ਇਕੱਲੀ ਮੇਰੇ ਹਿਸਾਬ ਨਾਲ ਆਪਾਂ ਸਰਵਨ ਨਹੀਂ ਕਰਨੀ, ਸਾਨੂੰ ਲਿਖ ਲੈਣੀ ਚਾਹੀਦੀ ਹੈ। ਜੋ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਹਰੇਕ ਸਿੱਖ ਨੂੰ ਹੋਣੀ ਚਾਹੀਦੀ ਹੈ। ਉਹ ਚਲੋ ਆਪਾਂ ਜਿੰਨੇ ਕੁ ਸ਼ਬਦ ਬਾਕੀ ਵਿਚਾਰ ਕਰਕੇ, ਚਲੋ ਸੰਖੇਪ ਗੁਰੂ ਗ੍ਰੰਥ ਸਾਹਿਬ ਦੇ ਅੰਦਰ 31 ਰਾਗ ਨੇ ਜੀ। ਸ੍ਰੀ ਰਾਗ ਤੋਂ ਆਰੰਭਤਾ ਹੁੰਦੀ ਹੈ। ਪਹਿਲਾ ਰਾਗ ਸ੍ਰੀ ਰਾਗ ਹੈ, ਅਖੀਰਲਾ ਰਾਗ ਜੈਜਾਵੰਤੀ ਰਾਗ ਹੈ। ਸਤਿਗੁਰਾਂ ਨੇ ਰਾਗਾਂ ਦੇ ਵਿੱਚ ਰੱਬ ਦੀ ਉਸਤਤ ਕੀਤੀ ਹੈ ਤੇ ਰਾਗ ਗਾਉਣ ਦੀ ਵੀ ਸਤਿਗੁਰਾਂ ਨੇ ਹਦਾਇਤ ਕੀਤੀ। ਜਿਵੇਂ ਇਸਲਾਮ ਧਰਮ ਦੇ ਅੰਦਰ ਉਹ ਰਾਗ ਨੂੰ ਬਣਾਈ ਸੀ। ਮਹਾਰਾਜ ਕਹਿੰਦੇ ਰਾਗ ਮਾੜਾ ਨਹੀਂ ਹੈ, ਰਾਗ 'ਚ ਗਾਉਣਾ ਕੀ ਹੈ ਇਹ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ। ਮਹਾਰਾਜ ਨੇ ਫਿਰ 31 ਰਾਗਾਂ 'ਚ ਬਾਣੀ ਦਾ ਉਚਾਰਨ ਕੀਤਾ ਤੇ ਸਤਿਗੁਰਾਂ ਨੇ ਕਿਹਾ ਵੀ ਅਨੇਕਾਂ ਬਚਨ ਆਉਂਦੇ ਹੈ। ਸੂਰਤ ਸੂਰ ਰਸ ਪੀਜੀਏ ਕਬੂ ਨਾ ਫੀਕਾ ਹੋਏ, ਜਾਂ ਨਾਦ ਬਿਲਾਵਲ ਰਾਗ ਹੈ। ਅਨੇਕਾਂ ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦੇ। 31 ਰਾਗ ਨੇ ਜੀ। ਪਹਿਲਾ ਰਾਗ ਸ੍ਰੀ ਰਾਗ, ਮਾਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਬੜਹੰਸ ਰਾਗ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬਰਾੜੀ, ਤਲੰਗ, ਸੂਹੀ, ਬਿਲਾਵਲ, ਗੋਂਡ ਰਾਗ, ਰਾਮਕਲੀ, ਨੱਠ ਨਰੈਣ, ਮਾਲੀ ਗੌੜਾ, ਮਾਰੂ, ਤਖਾਰੀ, ਕਿਦਾਰਾ, ਭੈਰੂ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ। ਇਹ ਅਖੀਰਲੇ ਰਾਗ ਨੇ। ਸਤਿਗੁਰਾਂ ਨੇ ਰਾਗਾਂ 'ਚ ਬਾਣੀ ਦਾ ਉਚਾਰਨ। ਆਪਾਂ ਨੇ ਰਾਗ ਮਾਲਾ ਦੀ ਵਿਚਾਰ ਕਰਨੀ ਅੱਗੇ ਜਾ ਕੇ। ਰਾਗ ਮਾਲਾ ਦੀ ਵਿਚਾਰ ਅੱਜ ਦੇ ਦਿਨ ਨਹੀਂ ਕਰਾਂਗੇ। ਉਹ ਅਸੀਂ ਕਿੰਨੇ ਰਾਗ ਰਾਗਨੀਆਂ ਜਾਂ ਕਿੰਨੇ ਗਾ, ਚਲੋ ਹੁਣ ਤੇ ਚੰਗੇ ਰਾਗੀ ਆਪਣਾ ਵੀ ਰਾਗ ਤਿਆਰ ਕਰ ਲੈਂਦੇ, ਪਰ ਪ੍ਰਵਾਨਿਤ ਜਿਹੜੇ 31 ਰਾਗ ਨੇ ਜਿਨ੍ਹਾਂ ਦਾ ਕੀਰਤਨ ਹਰਿਮੰਦਰ ਸਾਹਿਬ 'ਚ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਉਹ ਰਾਗ ਮਾੜਾ ਨਹੀਂ ਹੈ। ਹਾਂ, ਮਹਾਰਾਜ ਨੇ ਨਾ ਆਸਾ ਦੀ ਵਾਰ 'ਚ ਇੱਕ ਬਚਨ ਇਹ ਵੀ ਕਿਹਾ, ਵਾਇਡ ਚੇਲੇ ਨੱਚਣ, ਗੁਰ ਪੈਰ ਹਿਲਾਇਨ, ਫੇਰ ਨਸੇਰ ਓਡੋ ਡਰਾਵਾ, ਝਾਟੇ ਪਾਏ ਵੇਖੇ ਲੋਕ। ਆਹ ਚੀਜ਼ ਪ੍ਰਵਾਨ ਨਹੀਂ ਹੈ।
ਵੀ ਰਾਗ ਲਾ ਕੇ ਸੰਗੀਤ ਲਾ ਕੇ ਨੱਚਣਾ ਇਹ ਤੇ ਉੱਡ ਉੱਡ ਰਾਵਾ ਝਾੜੇ ਪਾਉਣ ਵਾਲੀ ਗੱਲ ਹੈ। ਹਾਂ ਮਹਾਰਾਜ ਕਹਿੰਦੇ ਰਾਗ 'ਚ ਸ਼ਬਦ ਪਾ ਕੇ ਗਾਇਆ ਜਾਏ। ਮਹਾਰਾਜ ਕਹਿੰਦੇ ਉਹ ਸਾਨੂੰ ਰੱਬ ਦੀ ਰੱਬ ਦਾ ਮਿਲਾਪ ਕਰਾਉਂਦਾ ਹੈ। ਤੇ ਹਦਾਇਤ ਰਾਗੀ ਸਿੰਘਾਂ ਨੂੰ ਭਾਈ ਰਾਗੀ ਉਹ ਹੈ ਜਿਹੜਾ ਰਾਗ ਦੇ ਵਿੱਚ ਕੀਰਤਨ ਕਰਦਾ ਹੈ। ਇੱਕ ਰਾਗੀ ਸਿੱਖ ਨੇ ਬੋਲਦਿਆਂ ਕਿਹਾ ਸੀ, ਉਹ ਕਹਿੰਦਾ ਜਿਹਨੂੰ ਰਾਗ ਨਹੀਂ ਆਉਂਦਾ ਉਹ ਰਾਗੀ ਵੀ ਨਹੀਂ ਹੈ। ਹਾਂ ਕੋਈ ਕੀਰਤੀ ਗਾ ਸਕਦਾ, ਵਡਿਆਈ ਗਾ ਸਕਦਾ। ਮਹਾਰਾਜ ਨੇ ਸਾਨੂੰ ਰਾਗ ਦਿੱਤੇ। ਮਹਾਰਾਜ ਕਹਿੰਦੇ ਉਹ ਰਾਗ ਭਲਾ ਹੈ ਜਿਸ ਰਾਗ ਦੇ ਰਾਹੀਂ ਸਾਡਾ ਪ੍ਰੇਮ ਵਾਹਿਗੁਰੂ ਨਾਲ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗ ਨੇ ਨਾ, ਉਹ ਰਾਗਾਂ ਦੇ ਵਿੱਚ ਮਹਾਰਾਜ ਨੇ ਸਾਨੂੰ ਤਾਲ ਵੀ ਨਾਲ, ਉਹ ਚਲੋ ਮੈਂ ਪੜ੍ਹ ਰਿਹਾ ਸਾਂ ਰਾਗਾਂ ਬਾਰੇ, ਕਹਿੰਦੇ ਜੀ ਸਾਰੇ ਸ਼ਬਦ ਕਹਿਰਵੇਂ ਤਾਲ ਵਾਸਤੇ ਹੈ। ਚਲੋ ਜਿਹੜੇ ਵਿਦਵਾਨ ਲੋਕ ਨੇ, ਜਿਹੜੇ ਗੁਣੀ ਲੋਕ ਨੇ, ਉਹ ਫਿਰ ਆਪਣੀ ਮਰਜ਼ੀ ਦੇ ਨਾਲ ਉਹ ਤਾਲ ਨੂੰ ਚੁਣਦੇ ਹੈ। ਸ਼ਬਦ ਦੀ ਜਿਹੋ ਜਿਹੀ ਬਣਤਰ ਹੁੰਦੀ ਫਿਰ ਉਹੋ ਜਿਹਾ ਤਾਲ ਨਾਲ ਹੁੰਦਾ। ਆਪ ਜੀ ਕਿਤੇ ਦਰਬਾਰ ਸਾਹਿਬ ਤੋਂ ਕੀਰਤਨ ਸੁਣੇ, ਉੱਥੇ ਸਿਰਫ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ। ਹਾਂ ਰਾਗ ਮੌਕੇ ਦਾ ਹੋਣਾ ਚਾਹੀਦਾ। ਜਿਵੇਂ ਆਸਾ ਕੀ ਵਾਰ ਦਾ ਕੀਰਤਨ ਕਰਕੇ ਗਏ ਨੂੰ ਗੁਰਮੁਖ ਪਿਆਰੇ, ਜੇ ਇਹੀ ਆਸਾ ਕੀ ਵਾਰ ਦਾ ਕੀਰਤਨ ਆਸਾ ਰਾਗ ਦੇ ਵਿੱਚ ਕੀਤਾ ਜਾਏ, ਜਿਹੜਾ ਆਨੰਦ ਬਣੇ ਉਹ ਹੋਰ ਰਾਗ 'ਚ ਨਹੀਂ। ਚਲੋ ਕੁਝ ਰਾਗ ਇਸ ਟਾਈਪ ਦੇ ਵੀ ਹੈਗੇ ਨੇ, ਜਿਹੜੇ ਉਸਤਾਦ ਲੋਕ ਨੇ ਉਹ ਇਕੱਲੇ ਆਸਾ ਰਾਗ 'ਚ ਨਹੀਂ, ਉਹ ਜਿਹੜਾ ਸ਼ੁਭਾ ਦੇ ਰਾਗ ਨੇ ਉਹਨਾਂ ਦੇ ਵਿੱਚ ਫਿਰ ਉਹ ਆਸਾ ਦੀ ਵਾਰ ਦੀ ਛੱਕੇ ਕਰਵਾ ਦਿੰਦੇ ਆ ਵੀ ਤੁਸੀਂ ਇਹ ਵੀ ਰਾਗ ਸਵੇਰੇ ਪੜ੍ਹ ਸਕਦੇ ਹੋ। ਪਰ ਅਸਲ ਦੇ ਅੰਦਰ ਜਿਹੜੀ ਆਸਾ ਦੀ ਵਾਰ ਉਹ ਆਸਾ ਰਾਗ 'ਚ ਹੀ ਹੈ। ਆਸਾ ਰਾਗ ਪੜ੍ਹਿਆ ਜਾਵੇ, ਹਾਂ ਟਿਊਨ ਬਦਲ ਸਕਦੇ ਹੈ, ਰਾਗ ਰੋਟੇਸ਼ਨ ਬਦਲੀ ਜਾ ਸਕਦੀ ਹੈ, ਤਾਲ ਬਦਲਿਆ ਜਾ ਸਕਦਾ ਹੈ। ਰਾਗ ਆਸਾ ਹੀ ਹੋਣਾ ਚਾਹੀਦਾ, ਸੁਣਨ ਵਾਲੇ ਨੂੰ ਆਨੰਦ ਤਾਂ ਬਣੇਗਾ। ਅੱਜ ਬਹੁਤਿਆਂ ਦੇ ਕੀਰਤਨ 'ਚੋਂ ਰਸ ਇਸ ਕਰਕੇ ਨਹੀਂ ਆਉਂਦਾ, ਉਹਨਾਂ ਦਾ ਤਾਲਮੇਲ ਨਹੀਂ ਬੈਠਦਾ, ਸਮੇਂ ਦਾ ਰਾਗ ਨਹੀਂ ਹੈ। ਮੰਨ ਲਓ ਜਿਹੜਾ ਰਾਗ ਅੰਮ੍ਰਿਤ ਵੇਲੇ ਗਾਉਣੋਂ ਸ਼ਾਮ ਨੂੰ ਗਾਵਾਂਗੇ, ਕਿਵੇਂ ਰਸ ਬਣੇਗਾ ਜੀ? ਜੇ ਸ਼ਾਮ ਨੂੰ ਕਲਿਆਣ ਦੀ ਚੌਕੀ ਹੈ ਤੇ ਸ਼ਾਮ ਨੂੰ ਆਪਾਂ ਹੋਰ ਪੜ੍ਹੀ ਜਾਵਾਂਗੇ। ਚਲੋ ਜਿਹੜਾ ਛੱਕਾ ਆਸਾ ਦੀ ਰਾਗ 'ਚ ਇੱਕ ਛੱਕਾ ਜਿਹੜਾ ਸ਼ਾਮ ਨੂੰ ਹਰ ਜੁਗ ਜੁਗ ਭਗਤੋਂ ਪਾਇਆ, ਉਹ ਸੋਧਰ ਜਿਹੜਾ ਉਹ ਵੀ ਆਸਾ ਰਾਗ ਦੇ ਵਿੱਚ ਹੀ ਪੜ੍ਹਿਆ ਜਾਂਦਾ ਹੈ। ਸਵੇਰੇ ਆਸਾ ਕੀ ਵਾਰ ਦਾ ਟਾਈਮ ਹੈ, ਇਸ ਤੋਂ ਬਾਅਦ ਬਲਾਵਲ ਦੀ ਚੌਕੀ ਲੱਗਣੀ, ਬਲਾਵਲ ਰਾਗ ਦਾ ਟਾਈਮ ਹੋ ਜਾਣਾ। ਇਹ ਟਾਈਮ ਹੈ ਹਰਿਮੰਦਰ ਸਾਹਿਬ ਦੇ ਅੰਦਰ ਚੌਕੀਆਂ ਹੈ ਵੀ ਆਹ ਭਾਈ ਇਸ ਰਾਗਾਂ ਦੇ ਨਾਮ 'ਤੇ ਚੌਕੀਆਂ, ਉੱਥੇ ਉਹ ਰਾਗ ਗਾਇਆ ਜਾਂਦਾ। ਚਰਨ ਕਮਲ ਚੌਕੀ ਦੁਪਹਿਰੇ ਆਉਂਦੀ ਹੈ, ਸ਼ਬਦ ਪੜ੍ਹਿਆ ਜਾਂਦਾ ਹੈ। ਮਹਾਰਾਜ ਕਹਿੰਦੇ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਪਹਿਲਾ ਰਾਗ ਸ੍ਰੀ ਰਾਗ ਹੈ। ਮਹਾਰਾਜ ਕਹਿੰਦੇ ਰਾਗਾਂ 'ਚੋਂ ਉਹ ਪਿਆਰਾ ਰਾਗ ਹੈ ਸ੍ਰੀ ਰਾਗ, ਜਿਹੜਾ ਸਾਡੇ ਅੰਦਰ ਪਿਆਰ ਪੈਦਾ ਕਰੇ। ਉਹ ਰਾਗ ਚੰਗਾ ਹੈ। ਸਦਾ ਹਾਦ ਸੱਚ ਮਨ ਵਸੈ ਨਿਹਚਲ ਮਤ ਅਪਾਰ। ਜਿਸ ਰਾਗ ਦੇ ਨਾਲ ਉਹ ਸਦਾ ਸਾਡੀ ਸੁਰਤ 'ਚ ਵਸ ਜੇ, ਨਿਹਚਲ ਵੀ ਸਾਡੀ ਸੁਰਤ ਸਦਾ ਵਾਸਤੇ ਟਿਕੀ ਰਹੇ, ਸੱਚ ਅਪਾਰ ਅਸੀਂ ਸੱਚ ਦੇ ਨਾਲ ਸਦਾ ਵਾਸਤੇ ਜੁੜ ਜੀ, ਉਹ ਰਾਗ ਚੰਗਾ ਹੈ। ਕਈ ਰਾਗੀ ਸਿੰਘ ਇਹ ਗੱਲ ਕਹਿੰਦੇ ਸਾਨੂੰ ਆਹ ਰਾਗ ਗਾਉਣਾ ਬੜਾ ਚੰਗਾ ਲੱਗਦਾ। ਸ਼ਿਵ ਰੰਗ ਅਸੀਂ ਜਦੋਂ ਥੋੜ੍ਹਾ ਜਿਹਾ ਕੀਰਤਨ ਸਿੱਖਿਆ, ਉਹ ਸ਼ਿਵ ਰਜਨੀ ਰਾਗ ਸਾਨੂੰ ਕਰਾਇਆ, ਉਹ ਬੜਾ ਪਿਆਰਾ ਰਾਗ ਹੈ। ਉਹਦੇ ਵਿੱਚ ਕੋਈ ਰੀਤ ਵੀ ਪੜ੍ਹ ਦਿੰਦੇ, ਉਹ ਰਾਗ ਵੀ ਗਾਉਂਦੇ, ਤੁਹਾਨੂੰ ਬੜਾ ਆਨੰਦ ਮਿਲੇਗਾ। ਜਿਵੇਂ ਦੁਪਹਿਰ 'ਚ ਕੋਈ ਅੰਤਮ ਅਰਦਾਸ 'ਤੇ ਕੀਰਤਨ ਕਰਦਾ ਹੈ, ਉੱਥੇ ਵੀ ਉਹ ਸਾਰੰਗ ਰਾਗ ਦਾ ਟਾਈਮ ਹੈ। ਜੇ ਉਹ ਪੜ੍ਹਦਾ ਹੈ ਤਾਂ ਉਹਦੇ 'ਚ ਸੁਣਨ ਵਾਲੇ ਨੂੰ ਬੜਾ ਆਨੰਦ ਮਿਲਦਾ ਹੈ। ਜੇ ਹੁਣ ਕਈ ਵਾਰੀ ਐਸਾ ਹੁੰਦਾ ਹੈ ਵੀ ਰਾਗ ਵੀ ਉਹ ਸਮੇਂ ਦਾ ਨਹੀਂ ਗਾਇਆ ਜਾਂਦਾ ਹੈ ਅਤੇ ਸ਼ਬਦ ਵੀ ਹੋਰ ਰਾਗ ਦੇ ਹੁੰਦੇ ਹੈ, ਫਿਰ ਰਸ ਕਾਹਦਾ ਬਣਨਾ ਹੈ ਜੀ? ਰਾਗ ਦਾ ਹੋਵੇ ਟਾਈਮ ਲਿਖੇ ਨੇ ਹਰੇਕ ਰਾਗਾਂ ਦੇ। ਚਲੋ ਗੁਰੂ ਸਾਹਿਬ ਕਿਰਪਾ ਕਰਨ, ਜਿੱਦਣ ਆਪਾਂ ਵਿਚਾਰ ਕੀਤੀ ਨਾ ਉਸ ਦਿਨ ਆਪਾਂ ਸਾਰੀ ਟਾਈਮ ਦੀ ਵੀ ਗੱਲ ਕਰਾਂਗੇ। ਆਹ ਰਾਗ ਕਿੰਨੇ ਤੋਂ ਕਿੰਨੇ ਵਜੇ ਤੱਕ ਪੜ੍ਹਿਆ ਜਾਂਦਾ, ਰਾਗਾਂ ਦੇ ਟਾਈਮ ਦਿੱਤੇ ਨੇ। ਉਹ ਰਾਗ ਦਾ ਟਾਈਮ ਹੋਵੇ, ਉਸੇ ਰਾਗ ਦਾ ਗਾਉਣ ਵਾਲਾ ਮਾਹਰ ਹੋਵੇ, ਉਸੇ ਰਾਗ ਦਾ ਹੀ ਸ਼ਬਦ ਹੋਵੇ, ਫਿਰ ਗੁਰਮੁਖ ਪਾਰੋਂ ਸੁਣਨ ਵਾਲਾ ਮੱਥਾ ਟੇਕਣ ਆਇਆ ਉੱਠ ਕੇ ਨਹੀਂ ਜਾ ਸਕੇਗਾ। ਅਤੇ ਅੱਜ ਉਹ ਕਈ ਇੱਥੇ ਤੁਸੀਂ ਪੜ੍ਹੋ, ਜਦੋਂ ਇੰਟਰਵਿਊ ਚੱਲਦੀ ਉਹ ਕਹਿੰਦੇ ਜੀ ਸੁਣ ਅਸੀਂ ਕੀਰਤਨ ਰਹੇ ਹੁੰਦੇ ਹੈ ਅਤੇ ਟਿਊਨ ਸਾਡੇ ਜੋ ਪੁਰਾਣੇ ਗਾਣਿਆਂ ਦੀ ਚੱਲ ਰਹੀ ਹੁੰਦੀ ਹੈ, ਸੁਰਤ ਫਿਰ ਉਹ ਸ਼ਬਦ ਨਾਲ ਨਹੀਂ ਰਹਿੰਦੀ, ਉਹ ਟਿਊਨ ਸੁਣ ਕੇ ਉਹ ਗਾਣਾ ਚੇਤੇ ਆਉਂਦਾ ਹੈ। ਐਸਾ ਨਹੀਂ ਹੁਣ ਮਹਾਰਾਜ ਕਹਿੰਦੇ ਰਾਗ ਭਲਾ ਜਿਸ ਰਾਗ ਦੇ ਰਾਹੀਂ ਜਿਵੇਂ 10 ਨੇ ਪਹਿਲਾਂ ਹੀ ਪੰਕਤੀ ਪੜ੍ਹੀ, ਸੋਰਠ ਸੋਰ ਰਸ ਪੀਜੀਏ। ਸੋਠ ਰਾਗ 'ਚੋਂ ਰਸ, ਬੜੇ ਵਧੀਆ ਉਪਦੇਸ਼ ਨੇ। ਅਸੀਂ ਰਾਗ ਰਾਹੀਂ ਗੁਰੂ ਸਾਹਿਬ ਦਾ ਉਪਦੇਸ਼ ਲੈਣਾ।
ਗੁਰੂ ਨਾਨਕ ਸਾਹਿਬ ਮਹਾਰਾਜ ਉਹ ਗਏ, ਆਪ ਜੀ ਨੂੰ ਪਤਾ ਬਗਦਾਦ ਦੇ ਅੰਦਰ ਉੱਥੇ ਰਾਗ ਦੀ ਬਣਾਈ ਸੀ, ਮਹਾਰਾਜ ਨੇ ਰਾਗ ਗਾਇਆ, ਉੱਥੇ ਵੀ ਇਹ ਗੱਲ ਕਹੀ ਸੀ, ਕਹਿਣ ਲੱਗੇ ਰਾਗ ਮਾੜਾ ਨਹੀਂ ਹੈ, ਤੁਸੀਂ ਗਾ ਕੀ ਰਹੇ ਹੋ ਇਹਦੀ ਵਿਚਾਰ ਕਰਨੀ ਚਾਹੀਦੀ। ਜੇ ਰਾਗ 'ਚ ਪਾ ਕੇ ਬਰਤਨ ਮਾੜਾ ਨਹੀਂ ਹੁੰਦਾ, ਬਰਤਨ 'ਚ ਪਾਇਆ ਕੀ ਹੈ, ਗੱਲ ਉਹ ਵਿਸ਼ੇਸ਼ਤਾ ਉਹਦੀ ਹੈ। ਹਾਂ, ਬਰਤਨ ਵੀ ਚੰਗੀ ਚੀਜ਼ ਵਾਸਤੇ ਬਰਤਨ ਵੀ ਚੰਗਾ ਹੋਣਾ ਚਾਹੀਦਾ, ਪਰ ਅਸਲ ਦੇ ਅੰਦਰ ਉਹ ਬਰਤਨ ਨੇ ਨਹੀਂ, ਅਸਲ ਦੇ ਵਿੱਚ ਉਹਦੇ ਵਿੱਚ ਪਾਈ ਹੋਈ ਚੀਜ਼ ਨੇ ਸਾਡੇ 'ਤੇ ਅਸਰ ਕਰਨਾ। ਤੇ ਕਈ ਹੁਣ ਰਾਗ ਸੰਗੀਤ ਲਾ ਕੇ ਨੱਚਦੇ ਟੱਪਦੇ ਉੱਥੇ ਸ਼ਰਾਬਾਂ ਪੀਂਦੇ ਆ, ਮਹਾਰਾਜ ਕਹਿੰਦੇ ਉਹ ਚੰਗਾ ਨਹੀਂ ਹੈ। ਮਹਾਰਾਜ ਕਹਿੰਦੇ ਰਾਗ ਗਾ ਕੇ ਜਿਸ ਰਾਗ ਰਾਹੀਂ ਸਾਡਾ ਪਿਆਰ ਉਹਦੇ ਚਰਨਾਂ 'ਚ ਪੈ ਜਾਂਦਾ, ਉਹਦੇ ਚਰਨਾਂ ਨਾਲ ਜੁੜ ਜਾਂਦੇ, ਉਹ ਰਾਗ ਭੜਾ ਹੈ। ਜਿੱਤ ਵਸਿਆ ਮਨ ਆਏ, ਜਿਸ ਰਾਗ ਦੇ ਆਸਰੇ ਨਾਲ ਰੱਬ ਸਾਡੀ ਸੂਰਤ 'ਚ ਆਣ ਕੇ ਵਸ ਜਾਂਦਾ ਹੈ। ਮਹਾਰਾਜ ਕਹਿੰਦੇ ਹੈ ਵੀ ਰਾਗ ਕੋਈ ਵੀ ਮਾੜਾ ਨਹੀਂ ਹੈ। ਜੇ ਗੁਰੂ ਸਾਹਿਬ ਦੀ ਥਿਊਰੀ ਜਿਹੜੀ ਹੈ, ਹਾਂ ਰਾਗ 'ਚ ਗਾਉਣਾ ਕੀ ਹੈ, ਇਹ ਸਾਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ। ਤੇ ਮਹਾਰਾਜ ਕਹਿੰਦੇ ਸਭਨਾ ਰਾਗਾਂ ਤੋਂ ਭਲਾ ਹੈ ਭਾਈ, ਜਿਸ ਰਾਗ ਦੇ ਰਾਹੀਂ ਉਹ ਪਰਮਾਤਮਾ ਸਾਡੀ ਸੂਰਤ 'ਚ ਵਸ ਜਾਂਦਾ ਹੈ। ਰਾਗ ਨਾਦ ਸਭ ਸੱਚ ਹੈ। ਮਹਾਰਾਜ ਕਹਿੰਦੇ ਉਹ ਰਾਗ ਨਾਦ ਸੱਚ ਹੈ, ਹਾਂ ਜਿਹਦੇ ਰਾਹੀਂ ਸਾਡੀ ਸੁਰਤ 'ਚ ਪਰਮਾਤਮਾ ਵਸਦਾ, ਉਹ ਰਾਗ ਵੀ ਪ੍ਰਵਾਨ ਹੋ ਜਾਂਦਾ। ਮਹਾਰਾਜ ਨੇ ਰਾਗ ਪ੍ਰਵਾਨ ਕੀਤੇ ਹੈ, ਰਾਗ ਤੇ ਪਹਿਲਾਂ ਵੀ ਹੋਣਗੇ ਜਦੋਂ ਮਹਾਰਾਜ ਨੇ ਬਾਣੀ ਦਾ ਉਚਾਰਨ ਕੀਤਾ, ਪਰ ਮਹਾਰਾਜ ਨੇ ਇਹ ਰਾਗ ਪ੍ਰਵਾਨ ਕਰ ਲਏ। ਜਿਵੇਂ ਗੌੜੀ ਰਾਗ ਸੁਲਖਣੀ, ਜੇ ਖਸਮੈ ਚਿੱਤ ਕਰੇ ਭਾਣੇ ਚੱਲੇ ਸਤਿਗੁਰੂ ਕੈ, ਐਸਾ ਸ਼ਿੰਗਾਰ ਕਰੇ। ਮਹਾਰਾਜ ਕਹਿੰਦੇ ਐਸਾ ਸ਼ਿੰਗਾਰ ਕਰੇ ਸਤਿਗੁਰਾਂ ਦੇ ਭਾਣੇ ਚੱਲੇ। ਰਾਗ ਤੇ ਗੌੜੀ ਸੁਲਖਣੀ ਰਾਗ ਹੈ, ਗੌੜੀ ਰਾਗ ਸੁਲਖਣੀ ਚੰਗੇ ਨੇ। ਸੁਲਖਣੀ ਦਾ ਅਰਥ ਹੁੰਦਾ ਵੀ ਸੋਹਣੇ ਹੈ, ਚੰਗੇ ਹੈ। ਕੋਈ ਇਸਤਰੀ ਹੁੰਦੀ ਹੈ ਨਾ, ਉਹਦੇ 'ਚ ਚੰਗੇ ਗੁਣ ਉਹਨੂੰ ਕਹਿੰਦੇ ਜੀ ਬੱਤੀ ਸੁਲਖਣੀ ਹੈ, ਵੀ ਇਹਦੇ 'ਚ ਗੁਣ ਬੜੇ ਚੰਗੇ ਹੈ। ਮਹਾਰਾਜ ਕਹਿੰਦੇ ਰਾਗ ਵੀ ਚੰਗਾ ਹੈ, ਜਿਸ ਰਾਗ ਰਾਹੀਂ ਸਾਡਾ ਪ੍ਰੇਮ ਬਣ ਜਾਂਦਾ। ਮਹਾਰਾਜ ਨੇ ਇੱਥੇ ਬਚਨ ਕਹੇ ਰਾਗ ਨਾਦ ਸਭ ਸੱਚ, ਉਹ ਸਭ ਰਾਗ ਨਾਦ, ਨਾਦ ਧੁਨ ਨੂੰ ਕਹਿੰਦੇ, ਉਹ ਸੱਚ ਹੈ ਭਾਈ, ਕੀਮਤ ਕਹੀ ਨ ਜਾਏ। ਮਹਾਰਾਜ ਕਹਿੰਦੇ ਫਿਰ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ, ਜਿਹਦੇ ਰਾਹੀਂ ਰੱਬ ਸੁਰਤ 'ਚ ਵਸ ਜਾਂਦਾ, ਉਹਦੀ ਫਿਰ ਕੋਈ ਕੀਮਤ ਨਹੀਂ ਪਾ ਸਕਦਾ। ਆਪਾਂ ਸਾਰੇ ਕਹਿੰਦੇ ਆ ਵੀ ਚੰਗਾ ਰਾਗੀ ਜਥਾ ਆਪਾਂ ਸੱਦਦੇ ਆ, ਆਨੰਦ ਮਾਣਦੇ ਆ, ਕਹਿੰਦੇ ਜੀ ਕੀਰਤਨ ਦੀ ਕੋਈ ਭੇਟਾ ਨਹੀਂ ਦੇ ਸਕਦਾ। ਕੀਰਤਨ ਬੜਾ ਸੁਖੈਨ ਤਰੀਕਾ ਹੈ ਰੱਬ ਨਾਲ ਜੁੜਨ ਦਾ। ਮਹਾਰਾਜ ਨੇ ਉੱਤਮ ਸ੍ਰੇਸ਼ਟ ਕਰਮ ਬਹੁਤ ਵਾਰੀ ਦਾਸ ਨੇ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ 'ਚ, ਕਿਹਾ ਕਾਲ ਜੋਗ ਮਹਿ ਕੀਰਤਨ ਪ੍ਰਧਾਨਾ। ਤੇ ਫਿਰ ਜੇ ਪ੍ਰਧਾਨ ਹੈ ਤੇ ਫਿਰ ਕੀਰਤਨ ਦੀ ਕੀਮਤ ਕਿਵੇਂ ਪਾਈ ਜਾ ਸਕਦੀ ਹੈ? ਕਾਲ ਜੋਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਗੁਰਮੁਖੋ ਧਿਆਨ ਲਾ ਕੇ ਰਾਗ ਦੇ ਰਾਹੀਂ ਉਹਨੂੰ ਜਪੋ। ਕੀਰਤਨ ਵੀ ਤੇ ਜਪਣਾ ਹੀ ਹੈ। ਪੌਣੇ 2 ਘੰਟੇ ਦੀ ਆਸਾ ਦੀ ਬੰਨ ਭਾਈ ਸਾਹਿਬ ਲਾ ਕੇ ਗਏ, ਉਹ ਕੀਰਤਨ ਰਾਹੀਂ ਰੱਬ ਨੂੰ ਜਪਿਆ। 3 ਸਰੀਰਾਂ ਨੂੰ ਆਸਾ ਦੀ ਵਾਰ ਦਾ ਗਾਇਨ ਕੀਤਾ, ਅਨੇਕਾਂ ਸਰੀਰਾਂ ਨੇ ਸੁਣਿਆ। ਹਾਂ, ਅਸੀਂ ਸਤਿਕਾਰ ਰਾਗੀ ਸਿੰਘਾਂ ਦਾ ਕਰ ਸਕਦੇ, ਦੀ ਕੀਮਤ ਨਹੀਂ ਦੇ ਸਕਦੇ। ਮਹਾਰਾਜ ਨੇ ਕਿਹਾ ਕੀਰਤਨ ਕਰਦਿਆਂ ਕਰਤੇ ਦੀ ਪ੍ਰਾਪਤੀ ਹੁੰਦੀ ਹੈ। ਮਹਾ ਆਨੰਦ ਸਦਾ ਕਦ ਕੀਰਤਨ, ਮਹਾਨੰਦ ਦੀ ਪ੍ਰਾਪਤੀ ਜਿਹੜੇ ਸਦਾ ਕੀਰਤਨ ਕਰਦੇ ਹੈ। ਪੁਰਖ ਵਿਧਾਤਾ ਪਾਏ, ਪੁਰਖ ਵਿਧਾਤੇ ਦੀ ਵੀ ਪ੍ਰਾਪਤੀ ਹੋ ਜਾਂਦੀ। ਪੁਰਖ ਵਿਧਾਤਾ ਮਤਲਬ ਪਰਮਾਤਮਾ। ਕਹਿੰਦੇ ਕੀਰਤੀ ਗਾਉਂਦਿਆਂ ਰਾਗ ਦੇ ਵਿੱਚ ਕਈ ਹੁਣ ਉਹ ਤਾੜ ਸੈਣ ਵਰਗੇ ਕਹਿੰਦੇ ਉਹ ਦੀਪਕ ਜਗਾ ਦੇ, ਦੀਵਾ ਬੁਝਿਆ ਦੀਵਾ ਰਾਗ ਨਾਲ ਜਗ ਜਾਂਦਾ ਸੀ। ਹਰਿਮੰਦਰ ਸਾਹਿਬ ਦੇ ਐਸੇ ਰਾਗੀ ਹੋਏ ਬਾਰਿਸ਼ ਪਵਾ ਦਿੰਦੇ, ਮਲਾਰ ਰਾਗ ਪੜ੍ਹ ਕੇ ਬਾਰਿਸ਼ ਪਵਾ ਦਿੰਦੇ ਸਨ। ਕਿਤੇ ਪੜ੍ਹ ਕੇ ਵੇਖੋ ਹਰਿਮੰਦਰ ਸਾਹਿਬ ਦਾ ਇਤਿਹਾਸ। ਉਹ ਮੈਨੂੰ ਰਾਗੀ ਸਿੰਘ ਦਾ ਨਾਮ ਵਿਸਰ ਗਿਆ। ਚਲੋ ਜਦੋਂ ਕੋਈ ਚੀਜ਼ ਬੋਲਣੀ ਹੋਵੇ ਵਿਸ਼ੇਸ਼ ਤੌਰ 'ਤੇ ਪੜ੍ਹਨੀ ਪੈਂਦੀ ਹੈ। ਉਹ ਰਾਗੀ ਸਿੰਘ ਦਾ ਉਹ ਅਰਦਾਸ ਕਰਕੇ ਬੈਠਾ ਸੀ, ਸੰਗਤਾਂ ਦੀਆਂ ਅਰਦਾਸਾਂ ਸਾਨੂੰ ਬਾਰਿਸ਼ ਨਹੀਂ ਪਈ, ਕਾਲ ਪੈ ਗਿਆ। ਹਰਿਮੰਦਰ ਸਾਹਿਬ ਅਰਦਾਸ ਕਰਕੇ ਉਹ ਗੁਰਮੁਖ ਪਿਆਰਾ ਕੀਰਤਨ ਕਰਨ ਬੈਠਾ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਜੀ ਜਿੰਨਾ ਚਿਰ ਬਾਰਿਸ਼ ਨਹੀਂ ਆਏਗੀ ਅਸੀਂ ਕੀਰਤਨ ਤੋਂ ਨਹੀਂ ਉੱਠਣਾ। ਤੇ ਹੁਣ ਗੁਰੂ ਰਾਮਦਾਸ ਜੀ ਤੁਸੀਂ ਵੇਖਣਾ ਬਾਰਿਸ਼ ਪਵਾਉਣੀ ਕਿ ਸਾਨੂੰ ਹਟਾਉਣਾ। ਕਹਿੰਦੇ ਉਹ ਗੁਰਮੁਖ ਪਿਆਰੇ ਨੇ ਕੀਰਤਨ ਰੱਬ ਕੀਤਾ, ਇੰਨਾ ਜੁੜ ਕੇ ਕੀਰਤਨ ਕੀਤਾ। ਅੰਦਰ ਉਹ ਮਲਾਰ ਰਾਗ ਪੜ੍ਹਿਆ ਜਾ ਰਿਹਾ ਤੇ ਬਾਹਰ ਕੀਰਤਨ ਦੀ ਸ਼ੈਬਰ ਲੱਗ ਗਈ।
ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਬੇਟ ਬਾਦਲ ਬਰਖਾ ਹੋਈ, ਜਦੋਂ ਉਹ ਤਰੁੱਠਦਾ ਨਾ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ, ਬਿਨਾਂ ਬਦਲਾਂ ਤੋਂ ਵੀ ਵਰਖਾ ਕਰਵਾ ਦਿੰਦਾ ਹੈ। ਇਹ ਉਹਦੇ ਹੁਕਮ 'ਚ ਨਾ, ਸਭ ਕੁਝ ਪ੍ਰਮਾਤਮਾ ਦੇ ਹੁਕਮ 'ਚ ਬੱਝਾ। ਤੇ ਮਹਾਰਾਜ ਕਹਿੰਦੇ ਉਹ ਰਾਗ ਮਾੜੇ ਨਹੀਂ ਹੈ, ਉਹ ਭਲੇ ਰਾਗ ਨੇ। ਮਹਾਰਾਜ ਕਹਿੰਦੇ ਉਹਨਾਂ ਦੀ ਕੀਮਤ ਨਹੀਂ ਕੋਈ ਪਾ ਸਕਦਾ ਜਿਹੜੇ ਰਾਗ ਸਾਨੂੰ ਰੱਬ ਨਾਲ ਮਿਲਾ ਦਿੰਦੇ ਆ। ਦਾਸ ਨੇ ਅਰਥ ਪਹਿਲਾਂ ਕੀਤੇ ਹੈ ਸਿਮਰਨ ਤੇ ਪ੍ਰੇਮ, ਰਾਗ ਦੇ 3 ਅਰਥ ਕੀਤੇ ਹੈ। ਇਹਦਾ ਅਰਥ ਪ੍ਰੇਮ ਵੀ, ਉਹ ਪ੍ਰੇਮ ਭਲਾ ਹੈ ਜਿਹੜਾ ਗੁਰੂ ਰਾਹੀਂ ਰੱਬ ਨਾਲ ਬਣ ਜਾਂਦਾ ਹੈ। ਉਹ ਨਾਮ ਚੰਗਾ ਹੈ ਜਿਹਦੇ ਜਪਨ ਨਾਲ ਸਾਡੀ ਸਾਂਝ ਰੱਬ ਨਾਲ ਪੈ ਜਾਂਦੀ। ਮਹਾਰਾਜ ਨੇ ਵੀ ਬਚਨ ਕਿਹਾ ਨਾ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਉਹ ਸਿਮਰਨ ਸਭ ਤੋਂ ਉੱਚਾ ਹੈ। ਸਿਮਰਨ ਤੇ ਲੋਕ ਹੋਰ ਵੀ ਪਖੰਡੀਆਂ ਦਾ ਵੀ ਕਰਦੇ ਆ, ਉਹਦੇ ਜਾਨਾਂ ਦੇਣ ਲਈ ਵੀ ਤਿਆਰ ਹੋ ਜਾਂਦੇ ਆ। ਨਾਮ ਤੇ ਪਖੰਡੀਆਂ ਦਾ ਵੀ ਲੋਕ ਰੱਟਦੇ ਆ, ਗਲਾਂ 'ਚ ਬਹੁਤ ਕੁਝ ਕਿਸੇ ਨੇ ਪਾਇਆ ਹੋਏਗਾ। ਮਹਾਰਾਜ ਕਹਿੰਦੇ ਨੇ ਨਾਮ ਉਹ ਭਲਾ ਜਿਸ ਜਪਣ ਕਰਕੇ ਰੱਬ ਨਾਲ ਸਾਂਝ ਪੈਂਦੀ ਹੈ। ਫਿਰ ਉਹਦੀ ਕੀਮਤ ਨਹੀਂ ਕੋਈ ਤਾਰ ਸਕਦਾ, ਉਸ ਪ੍ਰੇਮ ਦੀ, ਉਸ ਨਾਮ ਦੀ ਤੇ ਉਸ ਰਾਗ ਦੀ ਜਿਹੜਾ ਰੱਬ ਨਾਲ ਸਾਡਾ ਸੰਬੰਧ ਬਣਾ ਦਿੰਦਾ। ਇੱਥੇ ਮਹਾਰਾਜ ਨੇ ਇਹੀ ਗੱਲ ਕਿ ਉਹ ਵੱਖਰੀ ਗੱਲ ਹੈ ਵੀ ਕੱਲ੍ਹ ਵੀ ਦਾਸ ਬੇਨਤੀ ਕਰ ਰਿਹਾ ਸੀ, ਸ਼ਾਇਦ ਕੀਰਤਨੀਆਂ ਦਾ ਅਸੀਂ ਸਤਿਕਾਰ ਨਹੀਂ ਕੀਤਾ, ਉਹ ਫਿਰ ਕਲਾਕਾਰ ਬਣੇ। ਉਹ ਨੱਚੇ ਟੱਪੇ, ਉਹ ਦਲੇਰ ਮਹਿੰਦੀ ਬਹੁਤ, ਹੁਣ ਬਾਲੀਵੁੱਡ ਦਾ ਉਹ ਸਿੰਗਰ ਹੈ, ਉਹ ਸ਼ਰੇਆਮ ਇੰਟਰਵਿਊ 'ਚ ਬੋਲਦਾ ਹੈ। ਕਹਿੰਦਾ ਇੱਕ ਪਰਿਵਾਰ 'ਚ ਗਿਆ ਕੀਰਤਨ ਕਰਨ, 500 ਰੁਪਈਆ ਦਿੱਤਾ, ਕਲਾਕਾਰ ਬਣ ਕੇ ਉਸੇ ਘਰੇ ਗਿਆ ਤੇ ਕਹਿੰਦਾ ਪਤਾ ਨਹੀਂ ਕਿੰਨੇ ਕੁ ਨੋਟ ਮੇਰੇ ਸਿਰ ਦੇ ਉੱਪਰ ਦੀ ਉਹਨਾਂ ਨੇ ਵਾਰੇ। ਇਹ ਮੈਂ ਗੱਲ ਕਹਿ ਕੇ ਆਇਆ ਵੀ ਅੱਜ ਤੁਹਾਨੂੰ ਗੁਰਮਤ ਤੋਂ ਉਲਟ ਨਚਾਇਆ, ਅੱਜ ਤੁਹਾਨੂੰ ਉਹ ਲੱਚਰਤਾ ਸੁਣਾਈ ਜਿਹੜੀ ਨਹੀਂ ਸੀ ਮੈਂ ਕਦੇ ਸੁਣਾਉਣੀ ਚਾਹੁੰਦਾ। ਅੱਜ ਤੁਸੀਂ ਮੇਰੇ ਸਿਰ ਉੱਪਰ ਦੀ ਨੋਟ ਵਾਰੇ, ਜਿੱਦਣ ਤੁਹਾਡੇ ਘਰੇ ਕੀਰਤਨ ਕਰਨਾ ਆਇਆ ਤੁਸੀਂ 500 ਰੁਪਈਆ ਵੀ ਮੈਨੂੰ ਦੇਣ ਲਈ ਤਿਆਰ ਨਹੀਂ ਸੀ। ਮਹਾਰਾਜ ਦੇ ਕਹਿੰਦੇ ਕੀਰਤਨ ਦੀ ਕੋਈ ਕੀਮਤ ਨਹੀਂ ਪਾ ਸਕਦਾ, ਇਹਦੀ ਕੋਈ ਭੇਟਾ ਨਹੀਂ ਦਿੱਤੀ ਜਾ ਸਕਦੀ। ਮਹਾਰਾਜ ਕਹਿੰਦੇ ਉਹ ਰਾਗ, ਉਹ ਪ੍ਰੇਮ, ਉਹ ਸਿਮਰਨ ਚੰਗਾ ਹੈ ਭਾਈ ਜਿਹੜਾ ਰੱਬ ਨਾਲ ਜੋੜ ਦਿੰਦਾ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ। ਰਾਗੈ ਨਾਦੈ ਬਾਹਰਾ, ਹਾਂ, ਜਿਹੜੇ ਰਾਗ ਨਾਦ ਤੋਂ ਬਾਹਰੇ ਨੇ। ਵੈਸੇ ਇਹਦਾ ਅਰਥ ਇਹ ਵੀ ਹੈ ਰਾਗੈ ਨਾਦੈ ਬਾਹਰਾ, ਇਹਨੇ ਹੁਕਮ ਨਾ ਬੁੱਝਿਆ ਜਾਏ। ਜੇ ਸਿੱਧੇ ਅਰਥ ਕਰੀਏ ਵੀ ਰਾਗ ਨਾਦ ਤੋਂ ਜਿਹੜੇ ਵਾਂਝੇ ਹੈ ਉਹ ਰੱਬ ਦਾ ਹੁਕਮ ਨਹੀਂ ਬੁੱਝ ਸਕਦੇ, ਸਮਝ ਸਕਦੇ ਰੱਬ ਦਾ ਹੁਕਮ ਕੀ ਹੈ। ਚਲੋ ਇਹ ਵੀ ਨਹੀਂ ਵੀ ਜਿਹਨੂੰ ਰਾਗ ਨਹੀਂ ਆਉਂਦਾ ਉਹ ਰੱਬ ਦੇ ਹੁਕਮ 'ਚ ਨਹੀਂ ਚੱਲ ਸਕਦਾ। ਮਹਾਰਾਜ ਕਹਿੰਦੇ ਆ ਜਿਹੜੇ ਉਹਦੀ ਰਜ਼ਾ 'ਚ ਉਲਟ ਚੱਲਦੇ ਆ ਉਹ ਪਰਮਾਤਮਾ ਨਾਲ ਸਾਂਝ ਨਹੀਂ ਪਾ ਸਕਦੇ। ਜਿਹੜੇ ਰਾਗ ਤੇ ਨਾਦ ਧੁਨ ਤੋਂ ਬਾਹਰ ਨੇ, ਅਸਲ ਦੇ ਅੰਦਰ ਨਾ ਗੁਰੂ ਸਾਹਿਬ ਨੇ ਬਹੁਤ ਥਾਵਾਂ ਤੇ ਬਚਨ ਕਹੇ ਵੀ ਜਦੋਂ ਸੁਰਤ ਜੁੜਦੀ ਨਾ ਇੱਕ ਧੁਨ ਅੰਦਰੋਂ ਨਿਕਲਦੀ ਹੈ। ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆ। ਬਹੁਤੇ ਧਰਮ ਵਾਲਿਆਂ ਨੇ ਕਿਹਾ ਵੀ ਉੱਥੇ ਤੁਹਾਨੂੰ ਨਾ ਸੰਗੀਤ ਸੁਣਨ ਲਈ ਮਿਲੇਗਾ ਦਰਗਾਹ ਦੇ ਅੰਦਰ, ਜੇ ਤੁਹਾਡੀ ਬੰਦਗੀ ਹੋਏਗੀ। ਇੱਥੇ ਰਾਗੇ ਨਾਦੇ ਦਾ ਬਾਹਰ ਦਾ ਜਿਹੜਾ ਸਿਮਰਨ ਤੋਂ ਵਾਂਝਾ ਹੈ, ਜਿਹੜਾ ਪ੍ਰੇਮ ਤੋਂ ਖਾਲੀ ਹੈ, ਜਿਹਦੇ ਕੋਲ ਰਾਗ ਨਹੀਂ, ਉਹ ਹੁਕਮ ਨੂੰ ਨਹੀਂ ਬੁੱਝ ਸਕਦਾ। ਅਸਲੀ ਅਰਥ ਇਹ ਹੈ ਰਾਗੇ ਨਾਦੇ, ਰਾਗ ਦੇ ਅਰਥ ਦਾਸ ਨੇ ਸਿਮਰਨ ਕੀਤੇ, ਪ੍ਰੇਮ ਕੀਤੇ। ਜਿਹੜਾ ਪ੍ਰੇਮ ਤੋਂ ਸਖਣਾ ਹੈ, ਜਿਹੜਾ ਸਿਮਰਨ ਤੋਂ ਬਾਹਰਾ ਵਾਂਝਾ ਹੈ, ਇਹ ਨਹੀਂ ਹੁਕਮ ਨਾ ਬੁੱਝਿਆ ਜਾਏ, ਉਹ ਰੱਬ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਨਹੀਂ ਸਮਝ ਸਕਦੇ। ਉਹ ਇਹ ਨਹੀਂ ਗਾ ਸਕਣਗੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤੇ ਸੁਭਾਵੈ ਨਾਨਕਾ ਸਾਈ ਗੱਲ। ਉਹ ਇਹ ਪੰਕਤੀ ਨਹੀਂ ਗਾਉਣਗੇ। ਜੋ ਵਾਹਿਗੁਰੂ ਜੀ ਤੁਹਾਨੂੰ ਚੰਗਾ ਲੱਗਦਾ ਸਾਡੇ ਵਾਸਤੇ ਉਹ ਸਾਈ ਭਲੀ ਗੱਲ ਹੈ, ਉਹ ਕਦੇ ਨਹੀਂ ਕਹਿਣਗੇ, ਕਿਉਂਕਿ ਸਿਮਰਨ ਤੋਂ, ਪ੍ਰੇਮ ਤੋਂ ਤੇ ਰਾਗ ਤੋਂ ਵਾਂਝੇ ਹੈ। ਉਹਨਾਂ ਦੇ ਅੰਦਰ ਸਿਮਰਨ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰੇਮ ਨਹੀਂ ਹੈ, ਤੇ ਹੁਕਮ ਕਿਵੇਂ ਬੁੱਝਣਗੇ ਜੀ। ਅਸਲ ਦੇ ਅੰਦਰ ਨਾ ਹੁਕਮ ਉਹਦਾ ਬੁੱਝਿਆ ਜਾਂਦਾ ਜਿਹਦੇ ਨਾਲ ਪ੍ਰੇਮ ਹੋਵੇ। ਪਤਨੀ ਪਤੀ ਨਾਲ ਪ੍ਰੇਮ ਕਰਦੀ, ਉਹਦੀ ਗੱਲ ਮੰਨੇਗੀ, ਪ੍ਰੇਮ ਨਹੀਂ ਕਰਦੀ ਉਹ ਅੱਗੋਂ ਠੋਕ ਕੇ ਜਵਾਬ ਦੇਏਗੀ, ਉਹ ਕਹੇਗੀ ਵੀ ਨਹੀਂ ਮੈਂ ਤੇਰੇ ਤੋਂ ਕੀ ਲੈਣਾ। ਜੇ ਪ੍ਰੇਮ ਨਹੀਂ ਤੇ ਫਿਰ ਹੁਕਮ ਵੀ ਨਹੀਂ। ਮਹਾਰਾਜ ਕਹਿੰਦੇ ਜੇ ਸਿਮਰਨ ਨਹੀਂ ਤੇ ਫਿਰ ਰੱਬ ਦਾ ਹੁਕਮ ਕਿਵੇਂ ਮੰਨਾਂਗੇ। ਬਾਪ ਪ੍ਰਤੀ ਪ੍ਰੇਮ ਹੈ, ਉਹਦਾ ਸਤਿਕਾਰ ਹੈ, ਤੇ ਪੁੱਤਰ ਹੁਕਮ ਮੰਨੇਗਾ, ਨਹੀਂ ਤੇ ਬਾਪ ਦੀ ਵੀ ਪਰਵਾਹ ਨਹੀਂ ਕਰਦਾ ਹੈ। ਬਸ ਜੇ ਰੱਬ ਨਾਲ ਪਿਆਰ ਹੈ ਤੇ ਰੱਬ ਦਾ ਹੁਕਮ ਬੁੱਝਿਆ ਜਾਣਾ, ਜੇ ਪਿਆਰ ਨਹੀਂ ਤੇ ਹੁਕਮ ਤੋਂ ਖਾਲੀ ਵਾਂਝਾ ਆਕੀ ਮਨੁੱਖ ਜੀਵਨ ਜਿਉਂਦਾ। ਹੁਕਮ ਵਾਸਤੇ ਅੱਗੇ ਆਪਾਂ ਨੇ ਵਿਚਾਰ ਕੀਤੀ ਸੀ, ਗੁਰਮੁਖ ਹੁਕਮ ਮੰਨੈ ਸ਼ੈ ਕੇਰਾ। ਗੁਰਮੁਖ ਗੁਰੂ ਨੂੰ
ਮੁੱਖ ਰੱਖ ਕੇ ਚੱਲਣ ਵਾਲਾ, ਗੁਰੂ ਨੂੰ ਪ੍ਰੇਮ ਕਰਨ ਵਾਲਾ, ਗੁਰੂ ਰਾਹੀਂ ਸਿਮਰਨ ਨਾਲ ਜੁੜਨ ਵਾਲਾ ਹੀ ਹੁਕਮ ਮੰਨੇ ਸ਼ਹਿ ਕੀਰਾ, ਹੁਕਮੇ ਹੀ ਸੁਖ ਪਾਏ। ਹੁਕਮ ਦੁਆਰਾ ਹੀ ਉਹਨੂੰ ਸੁਖ ਮਿਲੇਗਾ। ਹੁਕਮੈ ਸੇਵੇ ਹੁਕਮ ਆਰਾਧੇ, ਇਸ ਸ਼ਬਦ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਹੁਕਮੈ ਸਭੈ ਸਮਾਏ, ਹੁਕਮ ਸਮਝ ਕੇ ਉਹਦੇ ਵਿੱਚ ਸਮਾ ਜਾਂਦਾ ਹੈ। ਇੱਕ ਹੈ ਗੁਰੂ ਦਾ ਹੁਕਮ, ਇੱਕ ਹੈ ਰੱਬ ਦਾ ਹੁਕਮ। ਗੁਰੂ ਦਾ ਹੁਕਮ ਮੰਨ ਕੇ ਰੱਬ ਦੇ ਹੁਕਮ ਦੀ ਸਮਝ ਆ ਜਾਂਦੀ ਹੈ। ਗੁਰੂ ਦਾ ਹੁਕਮ ਮੰਨਿਆ, ਆਹ ਕੁਝ ਕਰਨਾ ਹੈ, ਤੇ ਰੱਬ ਦੇ ਹੁਕਮ ਦੀ ਸਮਝ ਪੈ ਗਈ ਵੀ ਜੋ ਕੁਝ ਕਰ ਰਿਹਾ ਹੈ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਿਉਂ ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਬਣਾ। ਇਸ ਗੱਲ ਦੀ ਸੋਝੀ ਗੁਰੂ ਦਾ ਹੁਕਮ ਮੰਨਿਆ ਸਾਨੂੰ ਹੋਣੀ ਹੈ ਵੀ ਰੱਬ ਜੋ ਕਰ ਰਿਹਾ ਉਹ ਚੰਗਾ ਕਰ ਰਿਹਾ, ਰੱਬ ਜੋ ਕਰ ਰਿਹਾ ਮੇਰੇ ਭਲੇ ਵਾਸਤੇ ਕਰ ਰਿਹਾ। ਮਹਾਰਾਜ ਇੱਥੇ ਕਹਿੰਦੇ ਭਾਈ ਪ੍ਰੇਮ ਤੋਂ ਸਖਣੇ, ਰਾਗਾਂ ਤੋਂ ਵਾਂਝੇ, ਸਿਮਰਨ ਤੋਂ ਵਾਂਝੇ ਕਦੇ ਰੱਬ ਦਾ ਹੁਕਮ ਨਹੀਂ ਬੁੱਝ ਸਕਦੇ, ਸਮਝ ਸਕਦੇ ਹਨ। ਨਾਨਕ ਹੁਕਮੈ ਬੁਝੈ ਤਿਨਾ ਰਾਸ ਹੋਏ। ਮਹਾਰਾਜ ਕਹਿੰਦੇ ਜਿਹੜੇ ਹੁਕਮ ਨੂੰ ਬੁੱਝ ਜਾਂਦੇ ਹੈ ਉਹ ਤਿੰਨਾ ਰਾਸ ਹੋਏ। ਰਾਸ ਦਾ ਅਰਥ ਬਹੁਤ ਵਾਰੀ ਆਪਾਂ ਰਾਸ ਪੂੰਜੀ ਕੀਤਾ ਹੈ ਵੀ ਜਿਹੜਾ ਕੁਝ ਸਾਡੇ ਨਾਲ ਜਾਣ ਵਾਲਾ ਹੈ। ਮਹਾਰਾਜ ਕਹਿੰਦੇ ਜਿਹੜੇ ਹੁਕਮ ਬੁੱਝ ਲੈਂਦੇ ਨਾ ਉਹ ਅੰਦਰੋਂ ਰਾਗ ਨਾਲ ਭਰ ਜਾਂਦੇ। ਇੱਥੇ ਰਾਸ ਦਾ ਅਰਥ ਵੀ ਭਾਈ ਸਾਹਿਬ ਨੇ ਰਾਗ ਕੀਤਾ, ਕਹਿੰਦੇ ਅੰਦਰੋਂ ਤ੍ਰਿਪਤ ਹੋ ਜਾਂਦੇ ਆ, ਫਿਰ ਉਹਨਾਂ ਨੂੰ ਰਾਗ ਚੰਗਾ ਲੱਗਦਾ। ਗੁਰਮੁਖੋ ਰਾਗ ਦੀ ਸੋਝੀ ਨਹੀਂ ਨਾ, ਰਾਗ ਸਾਨੂੰ ਚੰਗਾ ਨਹੀਂ ਲੱਗੇਗਾ। ਬਹੁਤੇ ਵਿਦਵਾਨ ਰਾਗੀ ਤਾਂ ਨਹੀਂ ਅੱਜ ਸੰਗਤ ਸੱਦਦੀ ਵੀ ਇਹ ਬੜਾ ਲਾਈਟ ਜਿਹਾ ਕੀਰਤਨ ਕਰਦੇ ਨੇ, ਇਹਨਾਂ ਦੀ ਸਮਝ ਨਹੀਂ। ਅਸੀਂ ਉਹ ਬੜਾ ਜਿਵੇਂ ਅੱਜ ਢੋਲਕੀਆਂ ਛੈਣਿਆਂ ਵਾਲੇ ਸਟੇਜ 'ਤੇ ਬੈਠ ਕੇ ਉਹ ਬੜੀ 40-45 ਮਿੰਟ ਪਹਿਲਾਂ ਉਹਨਾਂ ਸਾਜ਼ਾਂ ਦੀ ਗੂੰਜ ਪਾਉਂਦੇ ਆ, ਫਿਰ ਕੁਝ ਬੋਲਦੇ। ਸਾਨੂੰ ਉਹ ਅੱਜ ਪਸੰਦ ਹੈ। ਤੇ ਮਹਾਰਾਜ ਕਹਿੰਦੇ ਰੱਬ ਨਾਲੋਂ ਟੁੱਟਣ ਦਾ ਵੀ ਕਾਰਨ ਹੈ ਵੀ ਅਸੀਂ ਰਾਗ ਨਾਲ ਪਿਆਰ ਹੀ ਨਹੀਂ ਕੀਤਾ, ਅਸੀਂ ਸਿਮਰਨ ਨਹੀਂ ਕੀਤਾ, ਅਸੀਂ ਪ੍ਰੇਮ ਹੀ ਨਹੀਂ ਕੀਤਾ। ਤੇ ਰਾਸ ਕਿਵੇਂ ਹੋਏਗੀ ਜੀ? ਨਾ ਹੁਕਮ ਬੁੱਝਿਆ। ਹੁਕਮ ਤੇ ਮਹਾਰਾਜ ਨੇ ਕਹਿ ਦਿੱਤਾ ਨਾ ਤਾਂ ਬੁੱਝੇਗਾ। ਇਹ ਤੇਰੇ ਅੰਦਰ ਪ੍ਰੇਮ ਹੈ ਰੱਬ ਪ੍ਰਤੀ, ਜੇ ਉਹਦਾ ਸਿਮਰਨ ਕਰਦਾ, ਉਹਦੀ ਯਾਦ ਹੈ, ਫਿਰ ਹੀ ਉਹਦਾ ਹੁਕਮ ਬੁੱਝੇਗਾ। ਹੁਕਮ ਤੇ ਬੁੱਝਿਆ ਨਹੀਂ ਤੇ ਫਿਰ ਆਨੰਦ ਨਾਲ ਕਿਵੇਂ ਭਰਾਂਗੇ? ਸਤਿਗੁਰ ਤੇ ਸੁਝੇ ਪਾਏ। ਮਹਾਰਾਜ ਕਹਿੰਦੇ ਸਾਰੀ ਸੋਝੀ ਸਤਿਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ। ਹੁਣ ਸਤਿਗੁਰਾਂ ਕੋਲ ਕੋਈ ਆਏਗਾ ਨਹੀਂ ਤੇ ਫਿਰ ਸੋਝੀ ਕਿਵੇਂ ਪ੍ਰਾਪਤ ਹੋਏਗੀ? ਰੱਬ ਨੂੰ ਮਿਲਣ ਦੀ ਜਿਹੜੀ ਜੁਗਤੀ ਉਹ ਗੁਰੂ ਤੋਂ ਪ੍ਰਾਪਤ ਹੋਣੀ ਹੈ। ਸੋਝੀ ਕਹਿ ਲਓ, ਜੁਗਤੀ ਕਹਿ ਲਓ, ਸਮਝ ਕਹਿ ਲਓ, ਗਿਆਨ ਕਹਿ ਲਓ, ਇਹਦਾ ਅਰਥ ਕੀ ਹੈ? ਮਹਾਰਾਜ ਸਾਨੂੰ ਰੋਜ਼ ਰੱਬ ਦੀ ਸੋਝੀ ਦਿੰਦੇ ਹੈ। ਰੱਬ ਬਾਰੇ ਕਦੀ ਮਹਾਰਾਜ ਨੇ ਹੋਰ ਕਿਸੇ ਵਿਸ਼ੇ 'ਤੇ ਸਾਡੇ ਨਾਲ ਗੱਲ ਨਹੀਂ ਕੀਤੀ, ਸਿਰਫ ਗੱਲ ਕੀਤੀ ਤੇ ਰੱਬ ਬਾਰੇ ਕੀਤੀ ਜਦੋਂ ਵੀ ਅਸੀਂ ਗੁਰੂ ਸਾਹਿਬ ਕੋਲ ਆਏ। ਜੇ ਰੱਬ ਨੂੰ ਮਿਲਣਾ ਹੈ ਤੇ ਉਹ ਗਿਆਨ ਗੁਰੂ ਤੋਂ ਮਿਲਣਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਸੋਝੀ ਨਹੀਂ ਹੈ, ਗੁਰੂ ਤੋਂ ਬਗੈਰ ਸਮਝ ਕੋਈ ਨਹੀਂ ਹੈ, ਨਾ ਮੁਕਤੀ ਮਿਲਣੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਸੱਦਿਆ ਖਿਲੰਦਿਆ ਪਹਿਨੰਦਿਆ ਖਵੰਦਿਆਂ ਵਿੱਚ ਹੋਵੇ ਮੁਕਤ। ਮਹਾਰਾਜ ਕਹਿੰਦੇ ਜਿਉਂਦਿਆਂ ਕਿਵੇਂ ਮੁਕਤ ਹੋਣਾ, ਹੁਕਮ ਨੂੰ ਕਿਵੇਂ ਬੁੱਝਣਾ, ਜੀਵਨ ਕਿਵੇਂ ਜਿਉਣਾ ਹੈ, ਗਿਆਨ ਗੁਰੂ ਤੋਂ ਮਿਲਦਾ ਹੈ। ਜੇ ਗੁਰੂ ਕੋਲ ਆਏ ਨਹੀਂ ਫਿਰ ਗਿਆਨ ਵੀ ਨਹੀਂ, ਫਿਰ ਤੇ ਆਪ ਉਧਰਾ ਜੀਵਨ ਹੈ ਨਾ। ਮਹਾਰਾਜ ਕਹਿੰਦੇ ਉਹ ਬਖਸ਼ਾਂ ਲੈ ਕੇ ਜਾਂਦੇ ਸੰਸਾਰ ਤੋਂ ਜਿਹੜੇ ਗੁਰੂ ਤੋਂ ਸੋਝੀ ਪ੍ਰਾਪਤ ਕਰ ਲੈਂਦੇ ਹਨ। ਸਭ ਕਿਛ ਤਿਸ ਤੇ ਹੋਇਆ। ਜਦੋਂ ਸੋਝੀ ਆ ਗਈ ਤੇ ਫਿਰ ਸਮਝ ਆ ਜਾਂਦੀ ਸਭ ਕਿਛ ਤਿਸ ਤੇ ਹੋਇਆ। ਸਾਰਾ ਕੁਝ ਰੱਬ ਤੋਂ ਹੀ ਪੈਦਾ ਹੋਇਆ, ਸਾਰਾ ਕੁਝ ਰੱਬ ਤੋਂ ਪੈਦਾ ਹੋਇਆ। ਮਾਫ ਕਰਨਾ ਦਾਸ ਹੋਰ ਇੱਥੇ ਬੇਨਤੀ ਕਰਦੇ, ਬਹੁਤੇ ਗਾਉਣ ਵਾਲੇ ਵੀ ਨਹੀਂ ਜੇ ਜੁੜਦੇ। ਆਸਾ ਕੀ ਵਾਰ 'ਚ ਰਾਗੀ ਸਿੰਘ ਗਾ ਕੇ ਗਏ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ, ਭਾਂਤ ਕਰ ਨਹੀਂ ਹਰ ਹਰ ਭੀਜੈ। ਕਹਿੰਦੇ ਗਾਉਂਦੇ ਤੇ ਬਹੁਤ ਭਾਂਤ ਨਾਲ ਪਰ ਹਰ ਹਰ ਭਿੱਜਦੇ ਨਹੀਂ ਹੈ। ਨਹੀਂ ਹਰ ਹਰ ਭੀਜੈ, ਰਾਮ ਰਾਜ ਉਹ ਭਿੱਜੇ ਨਹੀਂ ਹੈ। ਉਹ ਗਾਇਆ ਵੀ ਕੁਰਬਾਨ ਨੇ ਮਾਫ ਕਰਨਾ। ਪਰਸੋਂ ਦੇ ਦੀਵਾਨਾਂ 'ਚ ਵਿਚਾਰ ਲੰਘੀ ਸ਼ਾਮ ਦੀ, ਆਪ ਜੀਆਂ ਨੂੰ ਵੀ ਸਰਵਣ ਕਰਾ ਦਈਏ ਵੀ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ। ਸੰਗਤ ਨੂੰ ਬੜਾ ਆਨੰਦ ਪ੍ਰਾਪਤ ਹੋਇਆ।
ਸੰਗਤ ਕਹਿੰਦੀ ਸਤਿਗੁਰੂ ਜੀ ਬਹੁਤ ਸੋਹਣਾ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਹੈ। ਮਹਾਰਾਜ ਹੱਸ ਪਏ। ਸੰਗਤ ਨੂੰ ਇਸ ਗੱਲ ਦਾ ਪਤਾ ਨਹੀਂ, ਮਹਾਰਾਜ ਹੱਸੇ। ਮਹਾਰਾਜ ਬੋਲੇ ਕੁਝ ਨਹੀਂ, ਹੱਸ ਪਏ। ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਸੋਹਣਾ ਗਾਉਂਦੇ ਹੀ ਹੈ, ਕਮਾਉਂਦੇ ਨਹੀਂ ਹੈ। ਮੈਂ ਬਾਣਾ ਪਾ ਕੇ ਰੋਜ਼ ਗੁਰੂ ਸਾਹਿਬ ਕੋਲ ਆ ਜਾਂਦਾ, ਤੁਸੀਂ ਮੈਨੂੰ ਵੇਖਦੇ ਹੋ ਸਾਰਾ ਦਿਨ ਗੁਰਦੁਆਰੇ ਰਹਿੰਦੇ, ਤੁਸੀਂ ਸਮਝਦੇ ਹੋਵੋਗੇ ਇਹ ਗੁਰੂ ਸਾਹਿਬ ਦੇ ਬੜਾ ਨੇੜੇ ਹੈ। ਸਤਿਕਾਰ ਵੀ ਹੋ ਸਕਦਾ ਸਾਡਾ ਇਸ ਕਰਕੇ ਆਪ ਜੀ ਜ਼ਿਆਦਾ ਕਰਦੇ ਹੋ, ਪਰ ਇਹ ਗੁਰੂ ਸਾਹਿਬ ਨੂੰ ਪੁੱਛਣਾ ਪਏਗਾ ਵੀ ਕੋਈ ਕਿੰਨਾ ਕੁ ਤੁਹਾਡੇ ਨੇੜੇ ਹੈ। ਜਦੋਂ ਗੁਰੂ ਸਾਹਿਬ ਨੂੰ ਪੁੱਛਿਓ, ਉਹ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਸੰਗਤ ਕਹਿੰਦੀ ਜੀ ਆਨੰਦ ਬੜਾ ਆਇਆ, ਤੇ ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਸਿਰਫ ਇਹ ਕੀਰਤਨ ਕਰਦੇ ਹੀ ਹੈ, ਇਹ ਕੀਰਤਨ ਕਮਾਉਂਦੇ ਨਹੀਂ, ਜੋ ਗਾਉਂਦੇ ਹੈ ਕਮਾਉਂਦੇ ਨਹੀਂ ਹੈ। ਫਿਰ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਭਾਈ ਸਿੱਖੋ ਕਿਸੇ ਦੀ ਹੋ ਗਈ ਕਈ ਚੋਰੀ, ਉਹ ਕਈ ਚੋਰੀ ਹੋ ਗਈ, ਤੇ ਉਹ ਜਿਹਦੀ ਕਈ ਚੋਰੀ ਹੋਈ ਉਹ ਜਾ ਕੇ ਪਿੰਡ ਦੇ ਚੌਕੀਦਾਰ ਨੂੰ ਕਹਿੰਦਾ ਵੀ ਭਾਈ ਸਾਹਿਬ ਜੀ ਮੇਰੀ ਕਈ ਚੋਰੀ ਹੋ ਗਈ ਤੇ ਢੰਡੋਰਾ ਦੇ ਦਿਓ ਪਿੰਡ 'ਚ, ਵੀ ਮੇਰੀ ਕਈ ਵਾਪਸ ਕਰ ਦਿਓ। ਜੇ ਤੇ ਕੋਈ ਆਪਣੇ ਆਪ ਵਾਪਸ ਕਰ ਦੇਗਾ ਕੁਝ ਨਹੀਂ ਕਿਹਾ ਜਾਏਗਾ, ਤੇ ਨਹੀਂ ਤੇ ਘਰਾਂ ਦੀ ਤਲਾਸ਼ੀ ਲਈ ਜਾਏਗੀ। ਰਾਜੇ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ, ਜਿਹਦੇ ਘਰੋਂ ਕਈ ਨਿਕਲੇਗੀ ਬਹੁਤ ਸਜ਼ਾ ਵੀ ਮਿਲੇਗੀ, ਜੁਰਮਾਨਾ ਵੀ ਹੋਏਗਾ। ਉਹ ਚੌਕੀਦਾਰ ਢੰਡੋਰਾ ਪਿੱਟਦੇ ਸਾਰੇ ਪਿੰਡ 'ਚੋਂ, ਕਹਿੰਦਾ ਭਾਈ ਹੋ ਗਈ ਹੈ ਕਈ ਚੋਰੀ, ਜਿਹਦੇ ਕੋਲ ਹੈਗੀ ਹੈ ਭਾਈ ਉਹ ਕਈ ਵਾਪਸ ਦੇ ਕੇ ਜਾਓ, ਤੇ ਜੇ ਨਹੀਂ ਦੇ ਕੇ ਜਾਓਗੇ ਫਿਰ ਸਾਰੇ ਘਰਾਂ ਦੀ ਤਲਾਸ਼ੀ ਲਈ ਜਾਏਗੀ, ਤੇ ਜਿਹਦੇ ਘਰੋਂ ਕਈ ਪ੍ਰਾਪਤ ਹੋ ਗਈ ਭਾਈ ਫਿਰ ਉਹਨੂੰ ਰਾਜੇ ਪਾਸੋਂ ਸਜ਼ਾ ਮਿਲੇਗੀ। ਕੋਈ ਕਈ ਵਾਪਸ ਦੇ ਕੇ ਗਿਆ ਹੀ ਨਹੀਂ। ਫਿਰ ਉਹ ਘਰ ਵਾਲਾ ਚੌਕੀਦਾਰ ਨੂੰ ਕਹਿੰਦਾ ਚੱਲ ਵੀ ਆਪਾਂ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਕਰੀਏ। ਉਹ ਚੌਕੀਦਾਰ ਨੂੰ ਨਾਲ ਲੈ ਕੇ ਜਿਹਦੀ ਕਹੀ ਚੋਰੀ ਹੋਈ ਸੀ ਸਾਰੇ ਘਰਾਂ ਦੀ ਤਲਾਸ਼ੀ ਕੀਤੀ। ਉਹ ਕਈ ਕਿਤੇੋਂ ਵੀ ਪ੍ਰਾਪਤ ਨਾ ਹੋਈ, ਤੇ ਉਹ ਗੁਰੂ ਸਾਹਿਬ ਕੋਲ ਆ ਕੇ ਕਹਿੰਦੇ ਜੀ ਕਈ ਤੇ ਕਿਤੇੋਂ ਪ੍ਰਾਪਤ ਨਹੀਂ ਹੋਈ। ਤੇ ਮਹਾਰਾਜ ਹੱਸ ਕੇ ਕਹਿੰਦੇ ਚੌਕੀਦਾਰ ਦਾ ਘਰ ਫੁੱਲਿਆ ਕਿ ਨਹੀਂ? ਕਹਿੰਦੇ ਜੀ ਨਹੀਂ। ਚੌਕੀਦਾਰ ਨੂੰ ਉੱਥੇ ਬਿਠਾ ਲਿਆ। ਮਹਾਰਾਜ ਕਹਿੰਦੇ ਜਾਓ ਉਹਦੇ ਘਰੇ ਵੇਖ ਕੇ ਉਹ ਕਈ ਉਹਦੇ ਘਰੋਂ ਨਿਕਲੀ, ਚੌਕੀਦਾਰ ਦੇ ਘਰੋਂ, ਜਿਹੜਾ ਹੋਕਾ ਦਿੰਦਾ ਸੀ ਭਾਈ ਕਈ ਗੁੰਮ ਹੋ ਗਈ ਹੈ, ਜਿਹੜਾ ਕਹਿੰਦਾ ਸੀ ਤੁਹਾਨੂੰ ਸਜ਼ਾ ਮਿਲੇਗੀ। ਮਹਾਰਾਜ ਕਹਿੰਦੇ ਚੌਕੀਦਾਰ ਹੀ ਚੋਰ ਹੈ। ਮਹਾਰਾਜ ਕਹਿੰਦੇ ਕੀਰਤਨ ਕਰਨ ਵਾਲੇ ਜੇ ਕਮਾਉਂਦੇ ਨਹੀਂ ਹੈ ਤੇ ਇਹ ਵੀ ਗੁਰੂ ਘਰ ਦੇ ਚੋਰ ਹੈ। ਮੇਰੇ ਵਰਗੇ ਕਥਾ ਕਰਨ ਵਾਲੇ ਜੇ ਕਮਾਵਾਂਗੇ ਨਹੀਂ ਤੇ ਸਾਡੇ ਤੋਂ ਵੱਡਾ ਚੋਰ ਵੀ ਕੋਈ ਨਹੀਂ ਹੈ। ਮਹਾਰਾਜ ਨੇ ਬਚਨ ਕਹੇ ਤੇ ਦੱਸੋ ਫਿਰ ਰੱਬ ਮਿਲੇਗਾ ਕਿਵੇਂ? ਉਹਦੀ ਰਜ਼ਾ 'ਚ ਕਿਵੇਂ ਰਹਾਂਗੇ? ਉਹਦੀ ਰਜ਼ਾ 'ਚ ਕਿਵੇਂ ਰਹਾਂਗੇ? ਇੱਥੇ ਸਭ ਜੋਦਨਾ ਹੈ ਕਿ ਸਭ ਕੁਛ ਤਿਸ ਤੇ ਹੋਇਆ, ਸਭ ਕੁਝ ਰੱਬ ਤੋਂ ਪੈਦਾ ਹੋਇਆ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਬਹੁਤ ਵਾਰੀ ਦਾਸ ਨੇ ਬੇਨਤੀ ਕੀਤੀ, ਗਾਏ ਸੁਣੇ ਆਖੇ ਨੀਚੇ ਪਾਈਏ ਨਾ ਪਰਮ ਪਦ।